ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਾਂਗੇ ਨਾ ਸਾਨੂੰ ਸਮਝ ਆਏਗੀ। ਨਿੱਕੀਆਂ ਜਿੰਦਾਂ 7 ਸਾਲ ਦਾ ਬੱਚਾ, 9 ਸਾਲ ਦਾ ਬੱਚਾ, 7 ਸਾਲ ਦੇ 9 ਸਾਲ ਦੇ ਬੱਚਿਆਂ ਨੇ ਕਿਤਨਾ ਵੱਡਾ ਸਾਕਾ ਕਰ ਦਿਖਾਇਆ। ਕਦੋਂ ਪਤਾ ਚੱਲੇਗਾ, ਕਿੱਥੋਂ ਪਤਾ ਚੱਲੇਗਾ? ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਾਂਗੇ। ਪੜ੍ਹਿਆ ਕਰੋ। ਮੈਂ ਵੀ ਤਾਂ ਪੜ੍ਹ ਕੇ ਸੁਣ ਕੇ ਵਿਚਾਰ ਕੇ ਤਾਂ ਮੈਂ ਲਿਖਦਾ, ਤਾਂ ਤੁਹਾਡੇ ਅੱਗੇ ਪੇਸ਼ ਕਰਦਾ। ਤੁਸੀਂ ਆਪ ਵੀ ਪੜ੍ਹਿਆ ਕਰੋ। ਨਿੱਕੀਆਂ ਜਿੰਦਾਂ ਵੱਡੇ ਸਾਕੇ, ਕਲਗੀਧਰ ਦਸ਼ਮੇਸ਼ ਦੇ ਕਾਕੇ, ਦੇ ਕੇ ਕੁਰਬਾਨੀ ਉਹ ਕਿੱਦਾਂ ਕਰ ਗਏ ਜ਼ੁਲਮ ਦਾ ਨਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕਰਕੇ ਦਿਖਾਏ। ਕੁਰਬਾਨੀ ਦੇ ਕੇ, ਆਪਣੀ ਕੁਰਬਾਨੀ ਦੇ ਕੇ, ਸ਼ਹੀਦੀਆਂ ਪਾ ਕੇ ਜ਼ੁਲਮ ਦਾ ਨਾਸ਼ ਕਰ ਗਏ। ਕਿਵੇਂ ਜ਼ੁਲਮ ਦਾ ਨਾਸ਼ ਕੀਤਾ? ਛੋਟੇ ਬੱਚਿਆਂ ਨੇ ਸ਼ਹੀਦੀ ਪ੍ਰਾਪਤ ਕਰਕੇ। ਕਦੋਂ ਪਤਾ ਲੱਗੇਗਾ? ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਾਂਗੇ। ਸੋ ਲਿਖਿਆ, ਕਲਗੀਧਰ ਦੇ ਛੋਟੇ ਲਾਲਾਂ, ਕਲਗੀਧਰ ਦੇ ਛੋਟੇ ਲਾਲਾਂ, ਸਿੱਖੀ ਕਿਵੇਂ ਕਮਾਈ ਸੀ। ਜ਼ੋਰਾਵਰ ਤੇ ਫਤਿਹ ਸਿੰਘ ਨੇ ਕਿਵੇਂ ਸ਼ਹੀਦੀ ਪਾਈ ਸੀ। ਕਿਵੇਂ ਸ਼ਹੀਦੀ ਪਾਈ ਸੀ। ਮੌਤ ਕਬੂਲੀ ਕਿੱਦਾਂ, ਮੌਤ ਕਬੂਲੀ ਕਿੱਦਾਂ, ਛੱਡ ਕੇ ਹੋਰ ਜੀਵਨ ਦੀ ਆਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਕਲਗੀਧਰ ਦਸ਼ਮੇਸ਼ ਪਿਤਾ ਦੇ ਛੋਟੇ ਲਾਲਾਂ ਨੇ ਕਿਵੇਂ ਸਿੱਖੀ ਨੂੰ ਕਮਾਇਆ। ਸਿੱਖੀ ਕਮਾਉਣੀ ਪੈਂਦੀ ਆ ਤਾਂ ਬੰਦਾ ਸਿੱਖ ਬਣਦਾ। ਇਹ ਨਹੀਂ ਕਿ ਸਿੱਖ ਦੇ ਘਰ ਜੰਮ ਗਏ ਅਸੀਂ ਸਿੱਖ ਬਣ ਗਏ। ਕਿਵੇਂ ਸਿੱਖੀ ਕਮਾਈ ਹੈ? ਦਸ਼ਮੇਸ਼ ਪਿਤਾ ਦੇ ਛੋਟੇ ਲਾਲਾਂ ਨੇ ਸਿੱਖੀ ਕਿਵੇਂ ਕਮਾਈ ਹੈ? ਈਨ ਨਹੀਂ ਮੰਨੀ, ਧਰਮ ਨਹੀਂ ਛੱਡਿਆ, ਬਾਣੀ ਨਹੀਂ ਛੱਡੀ। ਜ਼ਾਲਮਾਂ ਦੀ ਕੈਦ ਵਿੱਚ ਵੀ ਉਸ ਪ੍ਰਭੂ ਦੇ ਚਰਨਾਂ ਨਾਲ ਜੁੜੇ ਰਹੇ। ਪ੍ਰਭੂ ਦਾ ਭਾਣਾ ਮੰਨਿਆ, ਰੱਬ ਦਾ ਭਾਣਾ ਮੰਨਿਆ। ਸਿੱਖੀ ਕਮਾ ਕੇ ਦੱਸੀ ਹੈ ਛੋਟੇ ਸਾਹਿਬਜ਼ਾਦਿਆਂ ਨੇ। ਕਲਗੀਧਰ ਦੇ ਛੋਟੇ ਲਾਲਾਂ, ਸਿੱਖੀ ਕਿਵੇਂ ਕਮਾਈ ਸੀ। ਜ਼ੋਰਾਵਰ ਤੇ ਫਤਿਹ ਸਿੰਘ ਨੇ ਕਿਵੇਂ ਸ਼ਹੀਦੀ ਪਾਈ ਸੀ। ਮੌਤ ਕਬੂਲੀ ਕਿੱਦਾਂ, ਛੱਡ ਕੇ ਹੋਰ ਜੀਵਨ ਦੀ ਆਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹ ਕੇ ਪਤਾ ਲੱਗਦਾ ਕਿ ਸਾਹਿਬਜ਼ਾਦਿਆਂ ਨੇ ਮੌਤ ਕਬੂਲ ਕੀਤੀ। ਮੌਤ ਨੂੰ ਤਾਂ ਕਬੂਲ ਲਿਆ, ਹੋਰ ਜੀਵਨ ਦੀਆਂ ਆਸਾਂ ਛੱਡ ਦਿੱਤੀਆਂ, ਪਰ ਸਿੱਖੀ ਨਹੀਂ ਛੱਡੀ। ਇਹ ਪਤਾ ਚੱਲਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਫਤਿਹਗੜ੍ਹ ਸਾਹਿਬ ਦਾ। ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਕਿ ਸਤਿਗੁਰੂ ਜੀ ਦਾ ਸਰਸਾ ਕੰਢੇ ਕਿਵੇਂ ਪਰਿਵਾਰ ਵਿਛੜਿਆ ਸੀ। ਤਾਂ ਹੀ ਪਤਾ ਲੱਗੇਗਾ ਨਾ। ਸਰਸਾ ਦੇ ਕੰਢੇ ਪੈ ਗਿਆ, ਸਰਸਾ ਦੇ ਕੰਢੇ ਪੈ ਗਿਆ,
ਪਰਿਵਾਰ ਵਿਛੋੜਾ ਕਿੱਦਾਂ ਸੀ। ਗੰਗੂ ਬ੍ਰਾਹਮਣ ਪਤਾ ਨਹੀਂ ਕਿਹੜੀਆਂ ਕੱਢਣ ਲੱਗਾ ਜਿੱਦਾਂ ਸੀ। ਗੰਗੂ ਬ੍ਰਾਹਮਣ ਪਤਾ ਨਹੀਂ ਕਿਹੜੀਆਂ ਕੱਢਣ ਲੱਗਿਆ ਜਿੱਦਾਂ ਸੀ। ਨਮਕ ਹਰਾਮੀ ਬਣ ਗਿਆ ਵੈਰੀ, ਨਮਕ ਹਰਾਮੀ ਬਣ ਗਿਆ ਵੈਰੀ, ਜੋ ਸੀ ਰਸੋਈਆ ਖਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਜਦੋਂ ਅਸੀਂ ਪੜ੍ਹ ਕੇ ਦੇਖਾਂਗੇ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਤਾਂ ਸਾਨੂੰ ਪਤਾ ਚੱਲੇਗਾ ਕਿ ਗੰਗੂ ਬ੍ਰਾਹਮਣ ਕੌਣ ਸੀ ਜਿਹੜਾ ਨਮਕ ਹਰਾਮੀ ਬਣ ਗਿਆ ਸੀ, ਸਤਿਗੁਰੂ ਜੀ ਦੇ ਬੱਚਿਆਂ ਦਾ, ਸਤਿਗੁਰੂ ਜੀ ਦੀ ਮਾਤਾ ਦਾ ਵੈਰੀ ਬਣ ਗਿਆ ਸੀ। ਫਿਰ ਪਤਾ ਚੱਲੇਗਾ ਇਹ ਗੁਰੂ ਘਰ ਦਾ ਰਸੋਈਆ ਸੀ। ਫਿਰ ਸਾਨੂੰ ਪਤਾ ਚੱਲੇਗਾ ਜਦੋਂ ਅਸੀਂ ਪੜ੍ਹਾਂਗੇ। ਅੱਗੇ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਾਂਗੇ ਤਾਂ ਸਾਨੂੰ ਪਤਾ ਚੱਲੇਗਾ ਜਦੋਂ ਪਰਿਵਾਰ ਵਿਛੜਿਆ, ਸਤਿਗੁਰੂ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਸਰਸਾ ਦੇ ਕੰਢੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ 40 ਸਿੰਘਾਂ ਦੇ ਨਾਲ, ਵੱਡੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਸਾਹਿਬ ਪਹੁੰਚ ਜਾਂਦੇ ਹਨ। ਸਤਿਗੁਰੂ ਜੀ ਦੇ ਮਹਿਲ ਮਾਤਾ ਸੁੰਦਰੀ ਜੀ, ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਪਹੁੰਚ ਜਾਂਦੇ ਹਨ ਅਤੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਸਰਸਾ ਨਦੀ ਦੇ ਕਿਨਾਰੇ ਕਿਨਾਰੇ ਜਾ ਜਾ ਕੇ ਕਿੱਥੇ ਪਹੁੰਚਦੇ ਹਨ? ਕੁੰਮੇ ਮਾਛੀ ਦੀ ਝੌਂਪੜੀ 'ਚ ਪਹੁੰਚਦੇ ਹਨ। ਕਿਵੇਂ ਪਤਾ ਚੱਲੇਗਾ? ਕਿੱਥੋਂ ਪਤਾ ਚੱਲੇਗਾ? ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਾਂਗੇ। ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹੋ ਗੁਰਮੁਖ ਪਿਆਰਿਓ। ਜੇ ਚਾਹੁੰਦੇ ਕਿ ਸਾਡੇ ਬੱਚੇ ਗੁਰਸਿੱਖ ਬਣਨ, ਜੇ ਚਾਹੁੰਦੇ ਸਾਡੇ ਬੱਚੇ ਸਾਡੀ ਸੇਵਾ ਕਰਨ, ਜੇ ਚਾਹੁੰਦੇ ਸਾਡੇ ਬੱਚੇ ਕਰਾਹੇ ਨਾ ਪੈਣ, ਤਾਂ ਆਪਣੇ ਬੱਚਿਆਂ ਨੂੰ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਜ਼ਰੂਰ ਪੜ੍ਹਾਓ, ਜ਼ਰੂਰ ਸੁਣਾਓ। ਪਤਾ ਚੱਲੇਗਾ ਕਿਵੇਂ ਦਾਦੀ ਨੇ ਪੋਤਿਆਂ ਦੇ ਨਾਲ ਸਰਸਾ ਕੰਢੇ ਜਾ ਕਰਕੇ, ਕਿਵੇਂ ਦਾਦੀ ਨੇ ਪੋਤਿਆਂ ਦੇ ਨਾਲ ਸਰਸਾ ਕੰਢੇ ਜਾ ਕਰਕੇ, ਕੁੰਮੇ ਮਾਛੀ ਦੀ ਪਹੁੰਚ ਝੌਂਪੜੀ ਕੱਟੀ ਰਾਤ ਬਤਾ ਕਰਕੇ। ਫਿਰ ਪਤਾ ਚੱਲੇਗਾ ਸਾਨੂੰ ਕੁੰਮੇ ਮਾਛੀ ਦੀ ਝੌਂਪੜੀ ਦੇ ਵਿੱਚ ਰਾਤ ਕੱਟੀ ਸੀ। ਮਖਮਲਾਂ ਤੇ ਸੌਣ ਵਾਲੇ, ਮਹਿਲਾਂ ਵਿੱਚ ਰਹਿਣ ਵਾਲੇ ਦਾਦੀ ਪੋਤਿਆਂ ਨੇ ਕੁੰਮੇ ਮਾਛੀ ਦੀ ਝੌਂਪੜੀ ਦੇ ਵਿੱਚ ਜਾ ਕੇ ਪੱਲੜਾਂ ਤੇ ਪੈ ਕੇ ਰਾਤ ਕੱਟੀ ਸੀ, ਰੁੱਖੀ ਮਿੱਸੀ ਖਾ ਕੇ। ਕਿੱਥੋਂ ਪਤਾ ਚੱਲੇਗਾ ਇਹ? ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹ ਕੇ ਦੇਖੋ। ਕਿਵੇਂ ਦਾਦੀ ਨੇ ਪੋਤਿਆਂ ਦੇ ਨਾਲ ਸਰਸਾ ਕੰਢੇ ਜਾ ਕਰਕੇ, ਕੁੰਮੇ ਮਾਛੀ ਦੀ ਪਹੁੰਚ ਝੌਂਪੜੀ ਕੱਟੀ ਰਾਤ ਬਤਾ ਕਰਕੇ। ਕਿਵੇਂ ਲੈ ਗਿਆ ਗੰਗੂ ਸਹੇੜੀ, ਕਿਵੇਂ ਲੈ ਗਿਆ ਗੰਗੂ ਸਹੇੜੀ ਪਿੰਡ ਆਪਣੇ ਪਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਫਤਿਹਗੜ੍ਹ ਸਾਹਿਬ ਦਾ ਇਤਿਹਾਸ ਗੁਰਮੁਖ ਪਿਆਰਿਓ ਜ਼ਰੂਰ ਪੜ੍ਹੋ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਓ। ਦੇਖੋ ਫਿਰ ਕੀ ਪਤਾ ਲੱਗੇਗਾ। ਗੁਰੂ ਗੋਬਿੰਦ ਸਿੰਘ ਦੇ 9 ਸਾਲ ਤੇ 7 ਸਾਲ ਦੇ ਬੱਚੇ ਸੀ। ਗੁਰੂ ਗੋਬਿੰਦ ਸਿੰਘ ਦੇ 9 ਸਾਲ ਤੇ 7 ਸਾਲ ਦੇ ਬੱਚੇ ਸੀ। ਭੋਲੀਆਂ ਭਾਲੀਆਂ ਸ਼ਕਲਾਂ ਤੇ ਅਜੇ ਉਮਰਾਂ ਦੇ ਵੀ ਕੱਚੇ ਸੀ।
ਭੋਲੀਆਂ ਭਾਲੀਆਂ ਸ਼ਕਲਾਂ, ਉਮਰਾਂ ਦੇ ਵੀ ਕੱਚੇ। ਆਪਾਂ ਦੇਖਦੇ ਸਾਡੇ ਬੱਚੇ, ਪੁੱਤ ਪੋਤਿਆਂ ਵੱਲ ਦੇਖੋ, ਕਿਤਨੀ ਕੁ ਉਮਰ, 7 ਸਾਲ ਦਾ 9 ਸਾਲ ਦਾ ਬੱਚਾ ਕਿਹੋ ਜਿਹਾ ਹੁੰਦਾ। ਭੋਲੀਆਂ ਭਾਲੀਆਂ ਸ਼ਕਲਾਂ। ਗੁਰੂ ਗੋਬਿੰਦ ਸਿੰਘ ਦੇ 9 ਸਾਲ ਤੇ 7 ਸਾਲ ਦੇ ਬੱਚੇ ਸੀ। ਭੋਲੀਆਂ ਭਾਲੀਆਂ ਸ਼ਕਲਾਂ ਤੇ ਅਜੇ ਉਮਰਾਂ ਦੇ ਵੀ ਕੱਚੇ ਸੀ। ਸੋਹਣੇ ਮਖਮਲ ਛੱਡ ਕੇ ਲੈ ਲਿਆ, ਸੋਹਣੇ ਮਖਮਲ ਛੱਡ ਕੇ ਲੈ ਲਿਆ ਨੀਹਾਂ ਵਿੱਚ ਨਿਵਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹ ਕੇ ਦੇਖ, ਤੈਨੂੰ ਪਤਾ ਚੱਲੇਗਾ। ਭੋਲੀਆਂ ਭਾਲੀਆਂ ਸ਼ਕਲਾਂ ਤੇ ਜਿਹੜੇ ਬੱਚੇ ਉਮਰਾਂ ਦੇ ਵੀ ਕੱਚੇ ਸਨ, ਉਮਰ 9 ਸਾਲ ਦੀ 7 ਸਾਲ ਦੀ, ਜਿਨ੍ਹਾਂ ਨੇ ਸੋਹਣੇ ਮਖਮਲ ਛੱਡ ਕੇ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਹੋਣਾ ਤਾਂ ਕਬੂਲ ਕਰ ਲਿਆ, ਪਰ ਜ਼ਾਲਮਾਂ ਦੀ ਈਨ ਨਹੀਂ ਮੰਨੀ, ਸਿੱਖੀ ਨਹੀਂ ਛੱਡੀ। ਇਹ ਪਤਾ ਚੱਲਦਾ ਹੈ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ। ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ, ਪਤਾ ਚੱਲਦਾ ਕਿ ਮਾਤਾ ਗੁਜਰੀ ਜੀ ਕਿਵੇਂ ਆਪਣੇ ਪਿਆਰੇ ਪੋਤਿਆਂ ਨੂੰ ਆਪਣੇ ਕਲੇਜੇ ਨਾਲ ਲਾ ਲਾ ਕੇ ਕੈਸੀ ਸਿੱਖਿਆ ਦੇ ਰਹੀ ਹੈ। ਕਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਸਾਖੀਆਂ ਸੁਣਾਉਂਦੀ ਹੈ, ਕਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਾਖੀਆਂ ਸੁਣਾਉਂਦੀ ਹੈ ਕਿ ਮੇਰੇ ਪਿਆਰੇ ਪੋਤਿਓ ਡੋਲ ਨਾ ਜਾਇਓ। ਕਿਵੇਂ ਬੁਝਾਰਤਾਂ ਪਾ ਪਾ ਕੇ ਆਪਣੇ ਬੱਚਿਆਂ ਨੂੰ ਸਿੱਖੀ ਧਰਮ ਦੇ ਵਿੱਚ ਪੱਕਾ ਕਰਦੀ ਹੈ। ਪਤਾ ਚੱਲਦਾ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ। ਸਿੱਖੀ ਧਰਮ ਵਿੱਚ ਪੱਕਾ ਕਰਦੀ, ਸਿੱਖੀ ਧਰਮ ਵਿੱਚ ਪੱਕਾ ਕਰਦੀ, ਕਿਵੇਂ ਬੁਝਾਰਤਾਂ ਪਾ ਪਾ ਕੇ ਮਾਤਾ ਗੁਜਰੀ ਪਿਆਰੇ ਪੋਤਿਆਂ ਤਾਈਂ ਕਲੇਜੇ ਲਾ ਲਾ ਕੇ। ਠੰਡੇ ਬੁਰਜ ਦੇ ਵਿੱਚ, ਨਾ ਕੋਲ ਕੋਈ ਕੱਪੜਾ, 4 ਸਵੇਰਿਓਂ ਹਵਾ ਚੱਲਦੀ ਹੈ, ਠੰਡੀਆਂ ਰਾਤਾਂ, ਠੰਡੀਆਂ ਰਾਤਾਂ ਦੇ ਵਿੱਚ ਕਿਵੇਂ ਬੁਝਾਰਤਾਂ ਪਾ ਪਾ ਕੇ, ਕਿਵੇਂ ਸਾਖੀਆਂ ਸੁਣਾਉਂਦੀ ਹੈ, ਪਿਆਰੇ ਪੋਤਿਆਂ ਨੂੰ ਸਿੱਖੀ ਧਰਮ ਵਿੱਚ ਕਿਵੇਂ ਪੱਕਾ ਕਰਦੀ ਹੈ। ਪਤਾ ਚੱਲਦਾ ਜਦੋਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ। ਸਿੱਖੀ ਧਰਮ ਵਿੱਚ ਪੱਕਾ ਕਰਦੀ, ਕਿਵੇਂ ਬੁਝਾਰਤਾਂ ਪਾ ਪਾ ਕੇ ਮਾਤਾ ਗੁਜਰੀ ਪਿਆਰੇ ਪੋਤਿਆਂ ਤਾਈਂ ਕਲੇਜੇ ਲਾ ਲਾ ਕੇ। ਠੰਡੇ ਬੁਰਜ ਵਿੱਚ ਕਿੱਦਾਂ ਰਹੀ ਸੀ, ਠੰਡੇ ਬੁਰਜ ਵਿੱਚ ਕਿੱਦਾਂ ਰਹੀ ਸੀ, ਕਰਦੀ ਬਚਨ ਬਿਲਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹ ਕੇ ਪਤਾ ਚੱਲਦਾ ਕਿ ਸੂਬੇ ਨੇ ਬੜੇ ਲਾਲਚ ਦਿੱਤੇ ਸਾਹਿਬਜ਼ਾਦਿਆਂ ਨੂੰ ਕਿ ਬੱਚਿਓ ਤੁਹਾਨੂੰ ਕੁਆਰੇ ਡੋਲੇ ਦਿੱਤੇ ਜਾਣਗੇ, ਕੁਆਰੇ ਡੋਲੇ ਦਿੱਤੇ ਜਾਣਗੇ, ਤੁਹਾਨੂੰ ਮਹਿਲ ਦਿੱਤੇ ਜਾਣਗੇ, ਤੁਸੀਂ ਈਨ ਮੰਨ ਲਓ। ਪਰ ਕਿਸੇ ਵੀ ਲਾਲਚ ਵਿੱਚ ਬਾਬਾ ਜ਼ੋਰਾਵਰ ਸਿੰਘ ਨੇ, ਬਾਬਾ ਫਤਿਹ ਸਿੰਘ ਜੀ ਨੇ ਸਭ ਤਰ੍ਹਾਂ ਦੇ ਲਾਲਚਾਂ ਨੂੰ ਠਕਰਾ ਦਿੱਤਾ। ਪਤਾ ਚੱਲਦਾ ਸੂਬੇ ਦੇ ਦਿੱਤੇ ਲਾਲਚ ਵਿੱਚ ਆ ਕੇ ਮੰਨੀ ਈਨ ਨਹੀਂ।
सूबे दे दिते लालच विच आके मन्नी ईन नहीं। फतेह बुलाई झट कबूलिया सूरमिया ने दीन नहीं। ईन नहीं मन्नी। जदों कचहरी विच जांदे सन, वाहिगुरू जी का खालसा वाहिगुरू जी की फतेह बुलाउंदे सन गज के। ईन नहीं मन्नी। फतेह बुलाई झट कबूलिया सूरमिया ने दीन नहीं। सिख हाँ सूबे सिख ही रहांगे, सिख हाँ सूबे सिख ही रहांगे, जिन्ना चिर विच सवास। पढ़ के देख तां सही फतेहगढ़ साहिब दा इतिहास। फतेहगढ़ साहिब का इतिहास पढ़ के पता चलता है कि मलेर कोटले वाले शेर खां ने हा दा नारा लाया सी। मलेर कोटले दे नवाब ने, उत्थे होर भी सन कचहरी विच, सुच्चे नंद वर्गे 16 सन, 16-17। किसी ने भी सच्ची गल नहीं कही, पर एक ये सूरमा सी जिसने ये गल कही कि कुरान विच किते भी नहीं लिखिया कि छोटे बच्चों के उत्ते जुल्म होवे, किसी बुढ़े के उत्ते जुल्म होवे। बुढ़ी माता 80 साल की उम्र, 80-81 साल की उम्र माता गुजरी जी की, उहदे उत्ते जुल्म कर रहे तुसीं, ये ठीक नहीं। अल्लाह तुहानूं कदे भी माफ़ नहीं करेगा, ये गल कही थी। ये पता चलता जदों असी फतेहगढ़ साहिब का इतिहास पढ़ते हैं। गुरमुख प्यारिओ, इतिहास पढ़िया करो, अपने बच्चों को इतिहास पढ़ाओ। ये साडा फर्ज है माँ बाप का। छोटे बच्चों को कोई पता नहीं हुंदा, पर पढ़ावांगे तां जे असीं आप पढ़ांगे। आ देखो, मलेर कोटले वाले शेर खां, मलेर कोटले वाले शेर खां हादा नारा लाया सी। सप्पां दे पुत सप ही बनदे सुच्चा आनंद फरमाया सी। कोले सुच्चा आनंद खड़ा। देखो, मलेर कोटले वाला नवाब तो कह रहा है कि जुल्म हो रहा है, छोटे बच्चों के उत्ते जुल्म करना ठीक नहीं है। पर कोले खड़ा सुच्चा आनंद की कहता है, कहते भुलो ना तुसी, वो एक ने तुहाडे नासां विच दम कर रखिया, नक दम कर रखिया इन्हां दे बाप ने। इन्हां ने भी उह जी बनना, अपने बाप वर्गा ही बनना इन्हां ने भी। तुहाडे हुण हत्थ विच आए होए हन, सप्पां दे पुत्तां ने सप ही बनना। तुहाडे कोलों एक नहीं काबू आउंदा, ये 2 होर तुसीं छड्डण लगे। देर ना करो, पकड़ के कतल कर दिओ इन्हां नूं। सुच्चा आनंद ये कह रहा है। देखो, मलेर कोटले वाला नवाब कहता छड्ड दिते जाने चाहिए हैं, इन्हां दी माता नूं छड्ड दिता जाना चाहिए, इन्हां दा कसूर कोई नहीं है। जे कसूर इन्हां दे पिता दा, इन्हां दे पिता नूं सज़ा देनी चाहिए है। इन्हां दे पिता नूं पकड़ो, इन्हां दा की कसूर है। पर सुच्चा आनंद की कह रहा, देखो, मलेर कोटले वाले शेर खां हादा नारा लाया सी। सप्पां दे पुत सप ही बनदे सुच्चा आनंद फरमाया सी। कतल कर दिओ लाओ देर ना। सुच्चा आनंद की कहंदा, कतल कर दिओ लाओ देर ना, करन लगा बकवास। पढ़ के देख तां सही फतेहगढ़ साहिब दा इतिहास। हुण अगे देखो,
ਫਤਿਹਗੜ੍ਹ ਸਾਹਿਬ ਦੇ ਇਤਿਹਾਸ ਪੜ੍ਹਨ ਦੇ ਨਾਲ ਕਿੰਨਾ ਪਤਾ ਚੱਲਦਾ। ਮੋਤੀ ਮਹਿਰੇ ਦਾ ਜ਼ਿਕਰ ਆਉਂਦਾ। ਠੰਡੇ ਬੁਰਜ ਦੇ ਵਿੱਚ ਜਦੋਂ ਪਤਾ ਲੱਗਿਆ ਇਸ ਸੂਰਮੇ ਨੂੰ, ਇਹ ਜਿਹੜਾ ਮੋਤੀ ਮਹਿਰਾ ਸੀ, ਇਹ ਕਚਹਿਰੀ ਦੇ ਵਿੱਚ ਇਹਦੀ ਡਿਊਟੀ ਸੀ, ਰਸੋਈਆ ਸੀ। ਇਹ ਵੀ ਹਿੰਦੂ ਕੈਦੀਆਂ ਨੂੰ ਭੋਜਨ ਛਕਾਇਆ ਕਰਦਾ ਸੀ। ਇਸ ਨੂੰ ਪਤਾ ਚੱਲਿਆ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਮਾਤਾ ਠੰਡੇ ਬੁਰਜ ਵਿੱਚ ਬੰਦ ਕੀਤੇ ਹੋਏ ਹਨ। ਤਾਹਾਂ ਮਾਰ ਕੇ ਰੋਣ ਲੱਗ ਪਿਆ ਘਰ ਆ ਕੇ। ਕੁਝ ਵੀ ਚੰਗਾ ਨਹੀਂ ਲੱਗਿਆ। ਮਾਂ ਨੇ ਪੁੱਛਿਆ, ਪੁੱਤਰ ਕੀ ਗੱਲ ਹੈ? ਕਹਿਣ ਲੱਗਾ, ਮਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਬੱਚੇ ਮਾਤਾ ਜੀ ਠੰਡੇ ਬੁਰਜ ਵਿੱਚ ਬੰਦ ਆ। ਪਤਾ ਨਹੀਂ ਕਦੋਂ ਦਾ ਭੋਜਨ ਛਕਿਆ ਹੋਇਆ, ਜਲ ਛਕਿਆ ਹੋਇਆ। ਮੇਰਾ ਜੀ ਕਰਦਾ ਮੈਂ ਦੁੱਧ ਪਿਲਾ ਕੇ ਆਵਾਂ। ਦੇਖੋ, ਮੋਤੀ ਮਹਿਰੇ ਨੇ ਦੁੱਧ ਛਕਾਇਆ, ਸੇਵਾ ਕੀਤੀ। ਕਿੱਥੋਂ ਪਤਾ ਚੱਲੇਗਾ? ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਾਂਗੇ। ਫਤਿਹਗੜ੍ਹ ਸਾਹਿਬ ਦੇ ਇਤਿਹਾਸ ਵਿੱਚ ਇਹ ਜ਼ਿਕਰ ਆਏਗਾ, ਦੁੱਧ ਪਿਲਾਉਂਦਾ ਮੋਤੀ ਕਿੱਦਾਂ, ਦੁੱਧ ਪਿਲਾਉਂਦਾ ਮੋਤੀ ਕਿੱਦਾਂ, ਮਨ ਨੂੰ ਸੋਝੀ ਆਉਂਦੀ ਏ। ਮਾਤਾ ਗੁਜਰੀ ਕਿਵੇਂ ਧਰਮ ਦੇ ਲਈ ਸ਼ਹੀਦੀ ਪਾਉਂਦੀ ਏ। ਪਤਾ ਚੱਲਦਾ ਕਿ ਮਾਤਾ ਗੁਜਰੀ ਜੀ ਨੇ ਕਿਵੇਂ ਸ਼ਹੀਦੀ ਪਾਈ ਹੈ ਧਰਮ ਦੇ ਲਈ। ਫਿਰ ਜ਼ਿਕਰ ਆਏਗਾ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਾਂਗੇ, ਟੋਡਰ ਮੱਲ ਦਾ ਜ਼ਿਕਰ ਆਏਗਾ। ਟੋਡਰ ਮੱਲ ਸੇਠ, ਜਿਹੜਾ ਬਹੁਤ ਵੱਡਾ ਸੇਠ ਸੀ, ਉਸਨੇ ਕਿਹਾ ਸੂਬੇ ਤੋਂ ਇਹਨਾਂ ਛੋਟੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਮੰਗੀਆਂ, ਮਾਤਾ ਗੁਜਰੀ ਜੀ ਦਾ ਸਰੀਰ ਮੰਗਿਆ ਕਿ ਮੈਨੂੰ ਸੰਸਕਾਰ ਤਾਂ ਕਰ ਲੈਣ ਦਿਓ। ਤਰਲੇ ਕੀਤੇ ਔਰ ਕਿਸ ਤਰੀਕੇ ਦੇ ਨਾਲ ਟੋਡਰ ਮੱਲ ਜੀ ਨੇ ਸੰਸਕਾਰ ਕੀਤਾ, ਇਹ ਆਪਾਂ ਟੋਡਰ ਮੱਲ ਦਾ ਇਤਿਹਾਸ ਵਿਚਾਰਾਂਗੇ ਅੱਗੇ ਵੀ ਕਿਵੇਂ ਟੋਡਰ ਮੱਲ ਜੀ ਨੂੰ ਪਤਾ ਲੱਗਿਆ, ਕਿਵੇਂ ਉਹਨਾਂ ਨੇ ਸੰਸਕਾਰ ਕੀਤਾ। ਦੁੱਧ ਪਿਲਾਉਂਦਾ ਮੋਤੀ ਕਿੱਦਾਂ, ਮਨ ਨੂੰ ਸੋਝੀ ਆਉਂਦੀ ਏ। ਮਾਤਾ ਗੁਜਰੀ ਕਿਵੇਂ ਧਰਮ ਦੇ ਲਈ ਸ਼ਹੀਦੀ ਪਾਉਂਦੀ ਏ। ਟੋਡਰ ਮੱਲ ਸੰਸਕਾਰ ਕਰਾ ਕਿਵੇਂ, ਟੋਡਰ ਮੱਲ ਸੰਸਕਾਰ ਕਰਾ ਕਿਵੇਂ ਲੈਂਦਾ ਗੁਰੂ ਸ਼ਾਬਾਸ਼। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਪਤਾ ਲੱਗਦਾ ਕਿ ਟੋਡਰ ਮੱਲ ਨੇ ਕਿਵੇਂ ਸ਼ਾਬਾਸ਼ ਲਈ ਮਾਤਾ ਗੁਜਰੀ ਜੀ ਤੋਂ, ਛੋਟੇ ਸਾਹਿਬਜ਼ਾਦਿਆਂ ਤੋਂ, ਗੁਰੂ ਗੋਬਿੰਦ ਸਿੰਘ ਜੀ ਤੋਂ, ਗੁਰੂ ਤੋਂ, ਰੱਬ ਤੋਂ, ਅਕਾਲ ਪੁਰਖ ਵਾਹਿਗੁਰੂ ਤੋਂ ਕਿਵੇਂ ਸ਼ਾਬਾਸ਼ ਲਈ। ਅੱਜ ਤੱਕ ਯਾਦ ਕਰ ਰਹੇ ਹਾਂ ਆਪਾਂ। ਗੁਰੂ ਘਰ ਤੋਂ ਸ਼ਾਬਾਸ਼ ਲੈਣੀ ਬੜੀ ਔਖੀ ਹੈ, ਕਰਨਾ ਪੈਂਦਾ ਕੁਝ। ਹੁਣ ਅੱਗੇ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਾਂਗੇ, ਪਤਾ ਚੱਲੇਗਾ, ਬੰਦੇ ਬਹਾਦਰ ਦਾ ਪਤਾ ਚੱਲੇਗਾ ਅਖੀਰ ਨੂੰ। ਲੈ ਸਤਿਗੁਰ ਦੀ ਓਟ ਬਹਾਦਰ ਬੰਦੇ ਕਰੀ ਚੜ੍ਹਾਈ ਸੀ। ਅਖੀਰ ਨੂੰ ਬਾਬੇ ਬੰਦੇ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ ਥਾਪੜਾ ਇਹਨਾਂ ਜ਼ਾਲਮਾਂ ਤੋਂ ਬਦਲਾ ਲਿਆ ਸੀ। ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ। ਕਿੱਥੋਂ ਪਤਾ ਚੱਲੇਗਾ ਸਾਨੂੰ? ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਾਂਗੇ ਜਦੋਂ, ਤਾਂ ਪਤਾ ਚੱਲੇਗਾ। ਜਿਸ ਨੂੰ ਇਹ ਨਹੀਂ ਪਤਾ, ਮਾਨੋ ਉਸਨੇ ਆਪਣਾ ਸਾਰਾ ਜੀਵਨ ਮਿੱਟੀ ਵਿੱਚ ਰੋਲ ਦਿੱਤਾ।
ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹੋ ਅਤੇ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਪੜ੍ਹਾਓ। ਗੁਰਮੁਖ ਪਿਆਰਿਓ, ਲੈ ਸਤਿਗੁਰ ਦੀ ਓਟ ਬਹਾਦਰ ਬੰਦੇ ਕਰੀ ਚੜ੍ਹਾਈ ਸੀ, ਜ਼ਾਲਮ ਤੋਂ ਲਿਆ ਬਦਲਾ ਸਰਹੰਦ ਦੀ, ਇੱਟ ਨਾਲ ਇੱਟ ਖੜਕਾਈ ਸੀ। ਚੁਣ ਚੁਣ ਵੈਰੀ ਕਿਵੇਂ ਸੂਰਿਆਂ, ਚੁਣ ਚੁਣ ਵੈਰੀ ਕਿਵੇਂ ਸੂਰਿਆਂ, ਕਰ ਦਿੱਤੇ ਸਨ ਨਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ, ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਗੁਰਮੁਖ ਪਿਆਰਿਓ, ਫਤਿਹਗੜ੍ਹ ਸਾਹਿਬ ਦਾ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਨਾ, ਅੱਖਾਂ ਵਿੱਚੋਂ ਆਪਣੇ ਆਪ ਜਲ ਜਾਣ ਲੱਗ ਜਾਂਦਾ। ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇੱਕ ਖੂਨੀ ਸਾਕਾ ਸੁਣਦੇ ਹਾਂ, ਨਿੱਕੀਆਂ ਜਿੰਦਾਂ ਸਾਕੇ ਕਿਤਨੇ ਵੱਡੇ ਕਰ ਦਿਖਾਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਲਾਲਾਂ ਨੇ। ਇसी ਕਰਕੇ ਅੱਜ ਸਭਾ ਮਨਾ ਰਹੇ, ਥਾਂ ਥਾਂ ਮੇਲੇ ਲੱਗ ਰਹੇ ਉਹਨਾਂ ਦੀ ਯਾਦ ਵਿੱਚ। ਗੁਰਮੁਖ ਪਿਆਰਿਓ, ਜਦੋਂ ਪਤਾ ਹੈ, ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰੀ ਦਾ ਸੰਸਕਾਰ ਹੋਇਆ ਸੀ, ਕਿਤਨੇ ਕੁ ਸੀ? ਆ ਟੋਡਰਮਲ ਸੀ, ਮੋਤੀ ਮਹਿਰਾ, ਆ ਟੋਡਰਮਲ ਦਾ ਇੱਕ ਭਰਾ ਸੀ, ਬਸ ਇੱਕ ਦੋ ਬੰਦਿਆਂ ਨੇ, ਦੋ ਤਿੰਨ ਬੰਦਿਆਂ ਨੇ ਸੰਸਕਾਰ ਕੀਤਾ। ਆਪਾਂ ਜਦੋਂ ਆਪਣਾ ਕੋਈ ਸੰਬੰਧੀ ਚਲਾਣਾ ਕਰਦਾ ਹੈ, ਕਿੰਨਾ ਇਕੱਠ ਹੋ ਜਾਂਦਾ, ਕਿਤਨਾ ਇਕੱਠ ਹੋ ਜਾਂਦਾ। ਅਸੀਂ ਮਾਣ ਪ੍ਰਾਪਤ ਕਰਦੇ ਹਾਂ, ਅਸੀਂ ਮਾਣ ਮਹਿਸੂਸ ਕਰਦੇ ਹਾਂ। ਕਿਤਨੇ ਲੋਕ ਹੁੰਦੇ, ਇਹਨਾਂ ਦੇ ਨਾਲ ਕੋਈ ਨਹੀਂ ਸੀ। ਤਿੰਨ ਦੇਹਾਂ ਨੂੰ ਚੱਕ ਕੇ ਕਿਵੇਂ ਲੈ ਕੇ ਗਏ ਹੋਣਗੇ, ਕਿਵੇਂ ਲੈ ਕੇ ਗਏ ਹੋਣਗੇ, ਕਿਵੇਂ ਸੰਸਕਾਰ ਕੀਤਾ ਹੋਏਗਾ, ਇਹ ਆਪ ਸੋਚ ਲਓ ਤੁਸੀਂ। ਹੁਣ ਆਪਾਂ ਕਿਵੇਂ ਸੰਸਕਾਰ ਕਰਦੇ ਹਾਂ ਆਪਣੇ ਸੰਬੰਧੀਆਂ ਦਾ, ਪਰ ਅੱਜ ਦੇਖ ਲਓ ਥਾਂ ਥਾਂ ਲੱਗਦੇ ਨਾ ਮੇਲੇ, ਸਭਾ ਮਨਾ ਰਹੇ ਹਾਂ। ਉਹਨਾਂ ਦੀਆਂ ਕਰਨੀਆਂ ਨੂੰ, ਉਹਨਾਂ ਦੇ ਕੀਤੇ ਹੋਏ ਉਪਕਾਰਾਂ ਨੂੰ, ਪਰਉਪਕਾਰਾਂ ਨੂੰ ਅੱਜ ਯਾਦ ਕਰ ਰਹੇ ਹਾਂ। ਕਿਤਨੇ ਲੋਕ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਜੈ ਜੈਕਾਰ ਕਰ ਰਹੇ ਹਨ ਕਿ ਧੰਨ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਹੋ ਤੁਹਾਡਾ ਪਰਿਵਾਰ, ਜਿਨ੍ਹਾਂ ਨੇ ਕਿਤਨੀਆਂ ਵੱਡੀਆਂ ਕੁਰਬਾਨੀਆਂ, ਸ਼ਹਾਦਤਾਂ ਦਿੱਤੀਆਂ ਸਾਡੇ ਲਈ। ਇਹ ਪਤਾ ਚੱਲਦਾ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ। ਪੜ੍ਹ ਸੁਣ ਕੇ ਇਹ ਖੂਨੀ ਸਾਕਾ, ਅੱਖਾਂ 'ਚੋਂ ਅੱਥਰੂ ਵਗਦੇ ਨੇ। ਪੜ੍ਹ ਸੁਣ ਕੇ ਇਹ ਖੂਨੀ ਸਾਕਾ, ਅੱਖਾਂ 'ਚੋਂ ਅੱਥਰੂ ਵਗਦੇ ਨੇ। ਸਭਾ ਮਨਾਉਂਦੇ ਅੱਜ ਉਹਨਾਂ ਦੀ ਯਾਦ 'ਚ ਮੇਲੇ ਲੱਗਦੇ ਨੇ। ਆ ਸਭਾ ਮਨਾ ਰਹੇ ਹਾਂ, ਉਹਨਾਂ ਦੀ ਯਾਦ ਵਿੱਚ ਮੇਲੇ ਲੱਗ ਰਹੇ। ਗਿਣ ਨਹੀਂ ਹੁੰਦੀ, ਦੁਨੀਆ ਦਾ ਹਿਸਾਬ ਲਾ ਸਕਦੇ ਆਪਾਂ, ਕਿਤਨੇ ਲੋਕ, ਲੱਖਾਂ ਕਰੋੜਾਂ, ਪਤਾ ਨਹੀਂ ਕਿੱਥੋਂ ਕਿੱਥੋਂ ਆ ਰਹੇ ਲੋਕ, ਸਿਰ ਝੁਕਾ ਰਹੇ ਸਾਰੇ। ਮੱਥਾ ਟੇਕਣ ਦੀ ਵਾਰੀ ਨਹੀਂ ਆ ਰਹੀ, ਮੱਥਾ ਟੇਕਣ ਦੀ ਵਾਰੀ ਨਹੀਂ ਆ ਰਹੀ। ਜਿਹੜੇ ਮੱਥਾ ਟੇਕ ਕੇ ਆਏ ਉਹਨਾਂ ਨੂੰ ਪੁੱਛੋ ਕਿੰਨਾ ਔਖਾ, ਮੱਥਾ ਟੇਕਣਾ ਵੀ ਔਖਾ ਹੋਇਆ ਹੋਇਆ। ਇਸ ਕਰਕੇ ਗੁਰਮੁਖ ਪਿਆਰਿਓ, ਅੱਗੇ ਪਿੱਛੇ ਹੋ ਕੇ ਜ਼ਰੂਰ ਮੱਥਾ ਟੇਕ ਕੇ ਆਇਓ, ਜ਼ਰੂਰ ਨਮਸਕਾਰ ਕਰਕੇ ਆਇਓ। ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ, ਵੱਡੇ ਸਾਹਿਬਜ਼ਾਦਿਆਂ ਨੂੰ ਜ਼ਰੂਰ ਨਮਸਕਾਰ ਜ਼ਰੂਰ ਕਰਕੇ ਆਇਓ। ਉਸ ਧਰਤੀ ਨੂੰ ਬਹੁਤ ਵੱਡੀ ਕੁਰਬਾਨੀ ਹੈ। ਸੋ ਇਸ ਕਰਕੇ ਪੜ੍ਹ ਸੁਣ ਕੇ ਇਹ ਖੂਨੀ ਸਾਕਾ, ਅੱਖਾਂ 'ਚੋਂ ਅੱਥਰੂ ਵਗਦੇ ਨੇ।
ਸਭਾ ਮਨਾਉਂਦੇ ਅੱਜ ਉਹਨਾਂ ਦੀ ਯਾਦ 'ਚ ਮੇਲੇ ਲੱਗਦੇ ਨੇ। ਜਸਪਾਲ ਸਿੰਘ ਤੂੰ ਵੀ ਸੀਸ ਨਵਾ ਅੱਜ, ਜਸਪਾਲ ਸਿੰਘਾ ਤੂੰ ਵੀ ਸੀਸ ਨਵਾ ਅੱਜ, ਬਣ ਕੇ ਉਹਨਾਂ ਦਾ ਦਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਨਿੱਕੀਆਂ ਜਿੰਦਾਂ ਵੱਡੇ ਸਾਕੇ, ਕਲਗੀਧਰ ਦਸ਼ਮੇਸ਼ ਦੇ ਕਾਕੇ, ਦੇ ਕੇ ਕੁਰਬਾਨੀ ਉਹ ਕਿੱਦਾਂ, ਦੇ ਕੇ ਕੁਰਬਾਨੀ ਉਹ ਕਿੱਦਾਂ ਕਰ ਗਏ ਜ਼ੁਲਮ ਦਾ ਨਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਪੜ੍ਹ ਕੇ ਦੇਖ ਤਾਂ ਸਹੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ। ਸੋ ਇਹ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਤੁਹਾਡੀ ਇੱਕ ਪੰਛੀ ਝਾਤ ਮਰਾਈ ਹੈ। ਇਹ ਇਤਿਹਾਸ ਆਪਾਂ ਹੁਣ ਵਿਚਾਰਾਂਗੇ ਲਗਾਤਾਰ, ਕਿਵੇਂ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ। ਫਿਰ ਟੋਡਰ ਮੱਲ ਜੀ ਦੀ ਖੋਲ੍ਹ ਕੇ ਵਿਚਾਰ ਕਰਾਂਗੇ, ਮੋਤੀ ਮਹਿਰਾ ਜੀ ਦੀ ਵੀ ਖੋਲ੍ਹ ਕੇ ਵਿਚਾਰ ਕਰਾਂਗੇ। ਇੱਦਾਂ ਹੀ ਆਪਣੇ ਕੰਮਾਂ ਕਾਰਾਂ ਨੂੰ ਸੰਕੋਚ ਕੇ ਗੁਰਮੁਖ ਪਿਆਰਿਓ ਇੰਨਾ ਕੁ ਟਾਈਮ ਜ਼ਰੂਰ ਕੱਢੋ, ਹਾਜ਼ਰੀਆਂ ਭਰੋ, ਇਤਿਹਾਸ ਸੁਣੋ। ਸੋ ਇਸ ਤਰੀਕੇ ਦੇ ਨਾਲ ਆਪਣਾ ਜੀਵਨ ਸਫਲਾ ਕਰੋ। ਸੋ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।